ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵਿੱਚ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਵਿੱਚ ਸਿਟੀਜ਼ਨਸ਼ਿਪ ਦੇਣ ਦਾ ਬਦਲਿਆ ਤਰੀਕਾ, ਭਾਰਤੀਆਂ ਨੂੰ ਫਾਇਦਾ ਜਾਂ ਨੁਕਸਾਨ, ਦੱਸਾਂਗੇ ਵਿਸਥਾਰ ਨਾਲ। ਪਾਕਿਸਤਾਨ ਦੀ ਯਾਤਰਾ ਕਰਨ ਵਾਲਿਆਂ ਦੇ ਲਈ ਅਮਰੀਕਾ ਕੈਨੇਡਾ ਨੇ ਨਿਰਦੇਸ਼ ਕੀਤੇ ਜਾਰੀ NICOP ਦੀ ਵਰਤੋਂ ਨਾ ਕਰਨ ਦੀ ਵੀ ਦਿੱਤੀ ਸਲਾਹ। ਇੱਕ ਵਾਰ ਫਿਰ ਡਿੱਗੇ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ। 에ਅਰਫੋਰਸ ਅਕੈਡਮੀ ਦੇ ਸਮਾਰੋਹ ਦੇ ਦੌਰਾਨ ਸਟੇਜ ਤੇ ਲੱਗੀ ਠੋਕਰ। ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਮਾਰਨ ਵਾਲੇ ਟਰੈਵਲ ਏਜੰਟ ਦੀ 58 ਲੱਖ ਦੀ ਜਾਇਦਾਦ ਜ਼ਬਤ। ਅਮਰੀਕਾ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਕੀਤੀ ਟਿੱਪਣੀ ਤੇ SGPC ਦਾ ਤਿੱਖਾ ਪ੍ਰਤੀਕਰਮ। ਅਮਰੀਕਾ ਤੋਂ ਆਈ ਮੰਦਭਾਗੀ ਖਬਰ, ਪੰਜਾਬੀ ਨੌਜਵਾਨ ਦੀ ਭੇਤ ਭਰੇ ਹਾਲਤ ਵਿੱਚ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਕੈਨੇਡਾ ਨੇ ਦੇਸ਼ ਵਿੱਚ ਲੇਬਰ ਫੋਰਸ ਨੂੰ ਵਧਾਉਣ ਦੇ ਲਈ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਐਕਸਪ੍ਰੈਸ ਐਂਟਰੀ ਨਿਯਮ ਸਿਸਟਮ ਲਾਂਚ ਕੀਤਾ। ਕੈਨੇਡਾ ਦੇ ਨਾਗਰਿਕਤਾ ਮੰਤਰੀ ਫਰੇਜ਼ਰ ਨੇ ਬੁੱਧਵਾਰ ਨੂੰ ਦੇਸ਼ ਦੇ ਪ੍ਰਮੁੱਖ ਆਰਥਿਕ ਇਮੀਗ੍ਰੇਸ਼ਨ ਪ੍ਰਬੰਧਨ ਪ੍ਰਣਾਲੀ ਦੇ ਤਹਿਤ ਐਕਸਪ੍ਰੈਸ ਐਂਟਰੀ ਦੇ ਲਈ ਸ਼੍ਰੇਣੀ ਆਧਾਰਿਤ ਕਾਉਂਸਲਿੰਗ ਦਾ ਐਲਾਨ ਕੀਤਾ। ਕੈਨੇਡਾ ਦੀ ਕੈਟਾਗਰੀ ਆਧਾਰਿਤ ਕਾਉਂਸਲਿੰਗ ਤਹਿਤ ਉਹਨਾਂ ਲੋਕਾਂ ਨੂੰ ਪਹਿਲ ਦਿੱਤੀ ਜਾਏਗੀ ਜਿਨ੍ਹਾਂ ਦੀ ਫ੍ਰੈਂਚ ਭਾਸ਼ਾ ਤੇ ਚੰਗੀ ਪਕੜ ਹੈ। ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਕੀਤੇ ਗਏ ਬਦਲਾਅ ਦੇ ਨਾਲ ਹੁਨਰਮੰਦ ਮਜ਼ਦੂਰਾਂ ਨੂੰ ਬੁਲਾ ਕੇ ਕੰਮ ਦੇਣ ਦੇ ਵਿੱਚ ਆਸਾਨੀ ਹੋਏਗੀ ਅਤੇ ਉਹਨਾਂ ਨੂੰ ਪਰਮਾਨੈਂਟ ਘਰ ਵੀ ਦਿੱਤਾ ਜਾਏਗਾ। ਕੈਨੇਡਾ ਆਪਣੀ ਨਵੀਂ ਐਕਸਪ੍ਰੈਸ ਐਂਟਰੀ ਤਹਿਤ ਦੁਨੀਆ ਭਰ ਤੋਂ ਹੁਨਰਮੰਦ ਮਜ਼ਦੂਰਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰੇਗਾ। ਕੈਨੇਡਾ ਦੀ ਐਕਸਪ੍ਰੈਸ ਐਂਟਰੀ ਪ੍ਰਣਾਲੀ ਵਿੱਚ ਕੀਤੇ ਗਏ ਬਦਲਾਅ ਤੋਂ ਭਾਰਤੀਆਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਭਾਰਤੀ ਹੁਨਰਮੰਦ ਪੇਸ਼ੇਵਰਾਂ ਦੀ ਭਾਰੀ ਮੰਗ ਹੈ। ਕੈਨੇਡਾ ਵਿੱਚ ਪਹਿਲਾਂ ਹੀ ਭਾਰਤੀਆਂ ਦੀ ਵੱਡੀ ਗਿਣਤੀ ਹੈ ਜੋ ਕਿ 14 ਲੱਖ ਦੇ ਕਰੀਬ ਹੈ। ਇਹ ਪੂਰੇ ਦੇਸ਼ ਦੀ ਆਬਾਦੀ ਦਾ 1.4% ਹੈ। ਕੈਨੇਡਾ ਦੀ ਇਸ ਨਵੀਂ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੀ ਮਦਦ ਦੇ ਨਾਲ ਭਾਰਤੀ ਸਥਾਈ ਨਿਵਾਸ ਪ੍ਰਾਪਤ ਕਰ ਸਕਦੇ ਨੇ। ਸਾਲ 2021 ਵਿੱਚ 4,05,999 ਲੋਕਾਂ ਨੇ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕੀਤੀ ਸੀ, ਜਿਨ੍ਹਾਂ ਵਿੱਚੋਂ 1,27,933 ਯਾਨੀ ਕਿ ਆਬਾਦੀ ਦਾ 1/3 ਹਿੱਸਾ ਭਾਰਤੀਆਂ ਦਾ ਸੀ। ਅਮਰੀਕਾ ਤੇ ਕੈਨੇਡਾ ਨੇ ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਲਈ ਕੁਝ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ, ਜਿਸ ਦੇ ਮੁਤਾਬਕ ਅਮਰੀਕਾ ਕੈਨੇਡਾ ਤੋਂ ਪਾਕਿਸਤਾਨ ਦੀ ਯਾਤਰਾ ਕਰ ਰਹੇ ਨਾਗਰਿਕਾਂ ਨੂੰ NICOP ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦੀ ਬਜਾਏ ਉਹਨਾਂ ਨੂੰ ਅਮਰੀਕਾ ਕੈਨੇਡੀਅਨ ਪਾਸਪੋਰਟ ਤੇ ਪਾਕਿਸਤਾਨੀ ਵੀਜ਼ਾ ਪ੍ਰਾਪਤ ਕਰਨਾ ਚਾਹੀਦਾ ਹੈ। US ਕੈਨੇਡੀਅਨ ਪਾਸਪੋਰਟ ਦੇ ਨਾਲ ਪਾਕਿਸਤਾਨ ਵਿੱਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਨੂੰਨੀ ਤੌਰ ਤੇ US ਕੈਨੇਡੀਅਨ ਨਾਗਰਿਕ ਮੰਨਿਆ ਜਾਏਗਾ ਅਤੇ US ਕੈਨੇਡੀਅਨ ਨਾਗਰਿਕ ਵਜੋਂ ਪਾਕਿਸਤਾਨੀ ਇਮੀਗ੍ਰੇਸ਼ਨ ਅਧਿਕਾਰਤ ਰਿਕਾਰਡ ਵਿੱਚ ਦਾਖਲਾ ਕੀਤਾ ਜਾਏਗਾ। ਉਹ ਅਮਰੀਕਾ ਕੈਨੇਡੀਅਨ ਨਾਗਰਿਕਾਂ ਦੇ ਲਈ ਉਪਲਬਧ ਸਾਰੇ ਲਾਭ ਅਤੇ ਸਹੂਲਤਾਂ ਦਾ ਹੱਕਦਾਰ ਹੋਏਗਾ। ਅਮਰੀਕੀ ਨਾਗਰਿਕਾਂ ਦੇ ਲਈ ਐਮਰਜੈਂਸੀ ਲਈ ਪਾਕਿਸਤਾਨ ਵਿੱਚ ਅਮਰੀਕੀ ਦੂਤਘਰ ਦੇ ਸੰਪਰਕ ਨੰਬਰ ਵੀ ਜਾਰੀ ਕੀਤੇ ਗਏ ਨੇ ਔਰ ਨਾਲ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਨਾਗਰਿਕਾਂ ਨੂੰ ਪਾਸਪੋਰਟ ਅਤੇ ਵੀਜ਼ੇ ਦੀ ਇੱਕ ਕਾਪੀ ਹਰ ਸਮੇਂ ਆਪਣੇ ਨਾਲ ਰੱਖਣੀ ਚਾਹੀਦੀ ਹੈ। ਪਾਕਿਸਤਾਨ ਦੀ ਯਾਤਰਾ ਕਰ ਰਹੇ ਨਾਗਰਿਕਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਸੰਪਰਕ ਰੱਖਣਾ ਚਾਹੀਦਾ ਹੈ। ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਿੱਥੇ ਜਾ ਰਹੇ ਨੇ ਅਤੇ ਕਦੋਂ ਵਾਪਸ ਆਉਣਗੇ। ਇਹਨਾਂ ਸੁਝਾਵਾਂ ਦੀ ਪਾਲਣਾ ਕਰਕੇ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰ ਸਕਦੇ ਹੋ ਕਿ ਤੁਹਾਡੀ ਪਾਕਿਸਤਾਨ ਦੀ ਇੱਕ ਸੁਰੱਖਿਅਤ ਅਤੇ ਆਨੰਦਦਾਇਕ ਯਾਤਰਾ ਹੈ। ਸਮਾਰਟ NICOP ਯਾਨੀ ਕਿ ਪ੍ਰਵਾਸੀ ਪਾਕਿਸਤਾਨੀਆਂ ਲਈ ਸਮਾਰਟ ਨੈਸ਼ਨਲ ਆਈਡੈਂਟੀਟੀ ਕਾਰਡ ਪਾਕਿਸਤਾਨ ਦੇ ਵੈਧ ਨਾਗਰਿਕਾਂ ਨੂੰ ਜਾਰੀ ਕੀਤਾ ਜਾਣ ਵਾਲਾ ਇੱਕ ਰਜਿਸਟ੍ਰੇਸ਼ਨ ਦਸਤਾਵੇਜ਼ ਹੈ। ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਜਦੋਂ US 에ਅਰਫੋਰਸ ਅਕੈਡਮੀ ਦੇ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ ਤਾਂ ਸਟੇਜ ਤੇ ਉਹਨਾਂ ਦਾ ਪੈਰ ਫਿਸਲ ਗਿਆ ਅਤੇ 80 ਸਾਲਾ ਬਾਈਡਨ ਬੁਰੀ ਤਰ੍ਹਾਂ ਡਿੱਗੇ। ਜੋ ਬਾਈਡਨ ਨੂੰ ਤੁਰੰਤ ਅਮਰੀਕੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਸੰਭਾਲਿਆ ਅਤੇ ਕਾਰ ਤੱਕ ਲੈ ਕੇ ਗਏ। ਬਾਈਡਨ ਦੇ ਸਟੇਜ ਤੇ ਡਿੱਗਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। US ਦੇ ਰਾਸ਼ਟਰਪਤੀ ਜੋ ਬਾਈਡਨ ਨੇ US 에ਅਰਫੋਰਸ ਅਕੈਡਮੀ ਦੇ ਵਿੱਚ ਆਪਣਾ ਸ਼ੁਰੂਆਤੀ ਭਾਸ਼ਣ ਦੇਣ ਤੋਂ ਬਾਅਦ ਕੈਡਿਟ ਦੇ ਨਾਲ ਹੱਥ ਮਿਲਾਇਆ। ਕਦਮ ਰੱਖਣ ਤੋਂ ਤੁਰੰਤ ਬਾਅਦ ਹੀ ਪੈਰ ਫਿਸਲ ਗਿਆ। ਡਿੱਗਣ ਤੋਂ ਤੁਰੰਤ ਬਾਅਦ ਜੋ ਬਾਈਡਨ ਨੇ ਕਿਸੇ ਚੀਜ਼ ਵੱਲ ਇਸ਼ਾਰਾ ਕੀਤਾ ਜਿਸ ਦੀ ਵਜ੍ਹਾ ਨਾਲ ਉਹ ਡਿੱਗ ਗਏ। ਸਟੇਜ ਤੇ ਕਾਲੇ ਰੰਗ ਦਾ ਇੱਕ ਛੋਟਾ ਜਿਹਾ ਸੈਂਡਬੈਗ ਰੱਖਿਆ ਗਿਆ ਸੀ ਜਿਸ ਤੋਂ ਠੋਕਰ ਖਾ ਕੇ ਸ਼ਾਇਦ ਰਾਸ਼ਟਰਪਤੀ ਬਾਈਡਨ ਡਿੱਗੇ। ਵਾਈਟ ਹਾਊਸ ਦੇ ਸੰਚਾਰ ਨਿਰਦੇਸ਼ਕ ਨੇ ਬਾਈਡਨ ਦੇ ਡਿੱਗਣ ਤੋਂ ਤੁਰੰਤ ਬਾਅਦ ਟਵੀਟ ਕੀਤਾ ਕਿ ਉਹ ਠੀਕ ਨੇ। ਤੁਹਾਨੂੰ ਦੱਸ ਦਈਏ ਕਿ ਜੋ ਬਾਈਡਨ ਅਮਰੀਕਾ ਦੇ ਇਤਿਹਾਸ ਵਿੱਚ
ਹੁਣ ਤੱਕ ਦੇ ਸਭ ਤੋਂ ਬਜ਼ੁਰਗ ਵਿਅਕਤੀ ਨੇ, ਯਾਨੀ ਕਿ ਬਜ਼ੁਰਗ ਰਾਸ਼ਟਰਪਤੀ ਨੇ। ਉਹ 2024 ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਮੁੜ ਚੋਣ ਲੜਨ ਜਾ ਰਹੇ ਨੇ। ਜੋ ਬਾਈਡਨ ਹਾਲ ਹੀ ਵਿੱਚ ਜਾਪਾਨ ਦੇ ਹੀਰੋਸ਼ੀਮਾ ਦੇ ਵਿੱਚ G7 ਸੰਮੇਲਨ ਵਿੱਚ ਲੜਖੜਾ ਗਏ ਸੀ। ਹਾਲਾਂਕਿ ਬਾਈਡਨ ਡਿੱਗਦੇ ਬਚ ਗਏ ਸੀ। ਇਸ ਸਾਲ ਉਹਨਾਂ ਦੇ ਸਰਕਾਰੀ ਡਾਕਟਰ ਦੀ ਰਿਪੋਰਟ ਨੇ ਉਹਨਾਂ ਨੂੰ ਸਰੀਰਕ ਤੌਰ ਤੇ ਤੰਦਰੁਸਤ ਕਰਾਰ ਦਿੱਤਾ ਹੈ। ਜੋ ਬਾਈਡਨ ਵੀ ਨਿਯਮਿਤ ਤੌਰ ਤੇ ਕਸਰਤ ਕਰਦੇ ਨੇ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ 2020 ਦੇ ਵਿੱਚ ਚੋਣ ਜਿੱਤਣ ਤੋਂ ਤੁਰੰਤ ਬਾਅਦ ਜੋ ਬਾਈਡਨ ਦਾ ਪੈਰ ਵੀ ਆਪਣੇ ਪਾਲਤੂ ਕੁੱਤੇ ਨਾਲ ਖੇਡਦੇ ਹੋਏ ਟੁੱਟ ਗਿਆ ਸੀ। ਈਡੀ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਲੁਧਿਆਣਾ ਸਥਿਤ ਟਰੈਵਲ ਏਜੰਟ ਨਿਤੀਸ਼ ਘਈ ਦੀ ਲਗਭਗ 58 ਲੱਖ ਰੁਪਏ ਦੀ ਜਾਇਦਾਦ ਜਿਹੜੀ ਹੈ ਅਸਥਾਈ ਤੌਰ ਤੇ ਜ਼ਬਤ ਕੀਤੀ ਹੈ। ਸਾਲ 2018 ਚ ਸਿਟੀ ਪੁਲਿਸ ਨੇ ਏਜੰਟ ਘਈ ਤੇ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਦੇ 100 ਤੋਂ ਵੱਧ ਮਾਮਲੇ ਦਰਜ ਕੀਤੇ ਨੇ। ਵਿਦੇਸ਼ ਜਾਣ ਦੇ ਚਾਹਵਾਨ ਭੋਲੇ-ਭਾਲੇ ਨੌਜਵਾਨਾਂ ਨੂੰ ਠੱਗਣ ਦੇ ਦੋਸ਼ ਹੇਠ ਜਲੰਧਰ ਪੁਲਿਸ ਨੇ ਵੀ ਉਸ ਨੂੰ ਗ੍ਰਿਫਤਾਰ ਕੀਤਾ ਸੀ। ਲੁਧਿਆਣਾ ਪੁਲਿਸ ਨੇ ਘਈ ਦੀ ਜਾਇਦਾਦ ਕੁਰਕ ਕਰਨ ਦੇ ਲਈ ਈਡੀ ਨੂੰ ਪੱਤਰ ਵੀ ਭੇਜਿਆ ਸੀ। ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨਵੇਂ ਵਿਵਾਦਾਂ 'ਚ ਘਿਰੇ ਹੋਏ ਨੇ। ਅਮਰੀਕੀ ਦੌਰੇ ਦੌਰਾਨ ਰਾਹੁਲ ਗਾਂਧੀ ਨੇ ਭਾਸ਼ਣ ਦਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇੱਕ ਟਿੱਪਣੀ ਕੀਤੀ, ਜਿਸ ਮਗਰੋਂ ਉਹ ਸਿਆਸੀ ਵਿਰੋਧੀਆਂ ਅਤੇ ਖਾਸ ਕਾਰਨ ਸ਼੍ਰੋਮਣੀ ਕਮੇਟੀ ਦੇ ਨਿਸ਼ਾਨੇ ਤੇ ਨੇ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਜੋ ਭਾਰਤ ਜੋੜੋ ਯਾਤਰਾ ਕੀਤੀ ਹੈ ਉਹ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀ ਯਾਤਰਾ ਦੀ ਤੁਲਨਾ ਵਿੱਚ ਕੁਝ ਵੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੌਰਾਨ ਮੱਕਾ, ਸਾਊਦੀ ਅਰਬ, ਥਾਈਲੈਂਡ, ਸ੍ਰੀਲੰਕਾ ਗਏ। ਉਹਨਾਂ ਨੇ ਕਿਹਾ ਕਿ ਮਹਾਪੁਰਸ਼ ਸਾਡੇ ਜਨਮ ਤੋਂ ਪਹਿਲਾਂ ਹੀ ਭਾਰਤ ਜੋੜੋ ਯਾਤਰਾ ਕਰ ਚੁੱਕੇ ਨੇ। ਇਸ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਨੇ ਸਖਤ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਅਮਰੀਕਾ 'ਚ ਭਾਸ਼ਣ ਦਿੱਤਾ, ਜਿਸ ਵਿੱਚ ਉਸਨੇ ਕਿਹਾ ਕਿ ਮੈਂ ਇੱਕ ਭਾਰਤ ਜੋੜੋ ਯਾਤਰਾ ਕੀਤੀ ਹੈ ਜੋ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਵਾਂਗ ਸੀ। ਸਕੱਤਰ ਗੁਰਚਰਨ ਸਿੰਘ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਸ਼ਰਮ ਆ ਰਹੀ ਹੈ ਕਿ ਮੈਂ ਰਾਹੁਲ ਗਾਂਧੀ ਦੀ ਗੱਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੋੜ ਰਿਹਾ ਹਾਂ। ਉਹਨਾਂ ਨੇ ਕਿਹਾ ਜਦੋਂ ਮੰਦਬੁੱਧੀ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤਾਂ ਸੰਗਤ ਦੇ ਵਿੱਚ ਜਾਣਾ ਸਾਡੇ ਲਈ ਜ਼ਰੂਰੀ ਬਣ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਵਿੱਚ ਲੋਕਾਂ ਨੂੰ ਆਪਸ ਵਿੱਚ ਜੋੜਿਆ। ਉਹਨਾਂ ਨੇ ਲੋਕਾਂ ਨੂੰ ਸੁਧਾਰਨ ਦੇ ਲਈ ਉਦਾਸੀਆਂ ਕੀਤੀਆਂ। ਉਹਨਾਂ ਨੇ ਕਿਹਾ ਕਿ ਹੁਣ ਰਾਹੁਲ ਗਾਂਧੀ ਬੋਲ ਰਿਹਾ ਹੈ ਕਿ ਉਸਨੇ ਜੋ ਭਾਰਤ ਜੋੜੋ ਯਾਤਰਾ ਕੀਤੀ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਦੀ ਤਰ੍ਹਾਂ। ਉਹਨਾਂ ਨੇ ਕਿਹਾ ਕਿ ਰਾਹੁਲ ਨੇ ਇਹ ਯਾਤਰਾ ਕੋਈ ਸਮਾਜ ਲਈ ਨਹੀਂ ਸੀ, ਸਗੋਂ ਇਹ ਕੇਵਲ ਚੋਣਾਂ ਲਈ ਕੀਤੀ ਸੀ। ਉਹਨਾਂ ਨੇ ਕਿਹਾ ਕਿ ਜੋ ਉਸਨੇ ਭਾਸ਼ਣ ਦਿੱਤਾ ਹੈ ਸ਼੍ਰੋਮਣੀ ਕਮੇਟੀ ਇਸ ਗੱਲ ਦੀ ਨਿਖੇਧੀ ਕਰਦੀ ਹੈ। ਉਹਨਾਂ ਨੇ ਕਿਹਾ ਕਿ ਚਾਹੁੰਦੇ ਹਾਂ ਕਿ ਸਿੱਖ ਸੰਗਤ ਆਉਣ ਵਾਲੇ ਸਮੇਂ 'ਚ ਇਸ ਗੱਲ ਦਾ ਜਵਾਬ ਜ਼ਰੂਰ ਮੰਗੇ। ਨਕੋਦਰ ਦੇ ਨੇੜਲੇ ਪਿੰਡ ਖੁਰਸ਼ੇਦਪੁਰ ਦੇ ਇੱਕ 23 ਸਾਲਾ ਨੌਜਵਾਨ ਦੀ ਅਮਰੀਕਾ 'ਚ ਭੇਦ ਭਰੀ ਹਾਲਤ ਵਿੱਚ ਮੌਤ ਹੋਣ ਕਾਰਨ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਡੂੰਘਾ ਸਦਮਾ ਲੱਗਾ ਹੈ। ਮ੍ਰਿਤਕ ਦੀ ਪਛਾਣ ਸੁਖਜੀਤ ਸਿੰਘ ਸੰਧੂ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਖੁਰਸ਼ੇਦਪੁਰ ਵਜੋਂ ਹੋਈ ਹੈ। ਮ੍ਰਿਤਕ ਦੇ ਚਾਚੇ ਹਰਪਿੰਦਰ ਸਿੰਘ ਹੁਣਾਂ ਨੇ ਦੱਸਿਆ ਕਿ ਸੁਖਜੀਤ ਸਿੰਘ ਸੰਧੂ ਤਕਰੀਬਨ ਪੌਣੇ 2 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਤੇ ਰੋਜ਼ੀ ਰੋਟੀ ਦੀ ਖਾਤਰ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਗਿਆ, ਜਿਸ ਨੂੰ ਕੁਝ ਮਹੀਨੇ ਪਹਿਲਾਂ ਹੀ ਵਰਕ ਪਰਮਿਟ ਮਿਲਿਆ। ਅਮਰੀਕਾ ਤੋਂ ਸਾਨੂੰ ਫੋਨ ਆਇਆ ਕਿ ਸੁਖਜੀਤ ਸਿੰਘ ਦੀ ਮੌਤ ਹੋ ਗਈ, ਪਰ ਪਰਿਵਾਰ ਨੂੰ ਮੌਤ ਹੋਣ ਦੇ ਕਾਰਨਾਂ ਦਾ ਕੋਈ ਸਪਸ਼ਟ ਅਜੇ ਤੱਕ ਜਿਹੜੇ ਕਾਰਨ ਨੇ ਉਹਨਾਂ ਦਾ ਪਤਾ ਨਹੀਂ ਲੱਗਾ। ਓਹਾਈਓ ਦੀ ਹੌਰਨ ਕਾਉਂਟੀ ਵਿੱਚ ਇੱਕ ਕਾਰ ਦੇ ਦਰਖਤ ਨਾਲ ਟਕਰਾਉਣ ਕਾਰਨ 30 ਸਾਲਾ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ਹੋਈ। ਦੱਸਿਆ ਜਾ ਰਿਹਾ ਕਿ ਇਹ ਟੱਕਰ ਇੰਨੀ ਭਿਆਨਕ ਸੀ ਕਿ ਮਿਲਨ ਹਿਤੇਸ਼ ਭਾਈ ਪਟੇਲ ਆਪਣੀ ਗੱਡੀ ਦੇ ਅੰਦਰ ਫਸ ਗਏ। ਓਹੀਓ ਸਟੇਟ ਹਾਈਵੇ ਪੈਟਰੋਲ ਨੋਵਾਕ ਪੋਸਟ ਦੇ ਅਨੁਸਾਰ ਪਟੇਲ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ ਔਰ ਜੋ ਕਿ 30 ਮਈ ਨੂੰ ਸਵੇਰੇ 4:39 ਤੇ ਇਜਿਪਟ ਰੋਡ ਦੇ ਉੱਤਰ ਵਿੱਚ ਰੂਟ 61 ਤੇ ਵਾਪਰਿਆ ਸੀ। ਪਟੇਲ ਚਿੱਟੇ ਰੰਗ ਦੀ 2014 ਟੋਇਟਾ ਕੈਮਰੀ ਚਲਾ ਰਹੇ ਸਨ ਅਤੇ ਸੜਕ ਦੇ ਸੱਜੇ ਪਾਸੇ ਸਫ਼ਰ ਕਰ ਰਹੇ ਸਨ। ਇਸ ਦੌਰਾਨ ਉਹਨਾਂ ਦੀ ਕਾਰ ਇੱਕ ਟੋਏ ਵਿੱਚ ਵੱਜਣ ਮਗਰੋਂ ਟ੍ਰੈਫਿਕ ਚਿੰਨ੍ਹ ਤੇ ਦਰਖਤ ਨਾਲ ਟਕਰਾ ਗਈ। ਪੁਲਿਸ ਨੇ ਕਿਹਾ ਕਿ ਉਹਨਾਂ ਨੇ ਸੁਰੱਖਿਆ ਬੈਲਟ ਨਹੀਂ ਪਾਈ ਹੋਈ ਸੀ ਅਤੇ ਉਹ ਵਾਹਨ ਵਿੱਚ ਫਸੇ ਹੋਏ ਸਨ। ਇਹ ਪਤਾ ਲਗਾਉਣ ਦੇ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਪਟੇਲ ਸ਼ਰਾਬ ਪੀ ਕੇ ਜਾਂ ਡਰੱਗ ਦੇ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ। ਹੁਰੋਨ ਕਾਉਂਟੀ ਸ਼ੈਰਿਫ ਦੇ ਦਫ਼ਤਰ, ਹੁਰੋਨ ਕਾਉਂਟੀ ਕਰੋਨਰ ਦਫ਼ਤਰ, ਵਿਲਾਰਡ ਫਾਇਰ ਐਂਡ ਰੈਸਕਿਊ, ਫੇਅਰਫੀਲਡ ਫਾਇਰ ਐਂਡ ਰੈਸਕਿਊ, ਵਿਲਕੌਕਸ ਟੋਇੰਗ ਅਤੇ ਓਹੀਓ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਮੌਕੇ ਤੇ ਹਾਈਵੇ ਪੈਟਰੋਲ ਦੀ ਸਹਾਇਤਾ ਕੀਤੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਸੀਕ੍ਰੇਟ ਫਾਈਲਾਂ ਆਪਣੇ ਘਰ ਲਿਜਾਣ ਦੇ ਦੋਸ਼ ਲੱਗੇ ਸੀ। ਹੁਣ ਇੱਕ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਵਿੱਚ ਉਹ ਖੁਦ ਚੋਣਾਂ ਹਾਰਨ ਮਗਰੋਂ ਦਸਤਾਵੇਜ਼ ਆਪਣੇ ਨਾਲ ਲਿਜਾਣ ਦੀ ਗੱਲ ਕਬੂਲ ਕਰ ਰਹੇ ਨੇ। ਇਹ ਰਿਕਾਰਡਿੰਗ ਅਮਰੀਕਾ ਦੇ ਸਰਕਾਰੀ ਵਕੀਲਾਂ ਦੇ ਕੋਲ ਹੈ।
ਓਕਲਾਹੋਮਾ ਗਰਭਪਾਤ ਕਾਨੂੰਨ। ਅਮਰੀਕਾ ਦੇ ਸੂਬੇ ਓਕਲਾਹੋਮਾ ਦੇ ਸੁਪਰੀਮ ਕੋਰਟ ਨੇ ਗਰਭਪਾਤ ਤੇ ਪਾਬੰਦੀ ਲਗਾਉਣ ਵਾਲੇ 2 ਕਾਨੂੰਨਾਂ ਨੂੰ ਗੈਰ ਸੰਵਿਧਾਨਕ ਕਰਾਰ ਦਿੰਦੇ ਹੋਏ ਵੱਡਾ ਫੈਸਲਾ ਸੁਣਾਇਆ। ਹਾਲਾਂਕਿ ਅਦਾਲਤ ਦੇ ਫੈਸਲੇ ਦਾ 1910 ਦੇ ਕਾਨੂੰਨ ਤੇ ਕੋਈ ਅਸਰ ਨਹੀਂ ਹੋਣ ਵਾਲਾ, ਜੋ ਅਜੇ ਵੀ ਜ਼ਿਆਦਾਤਰ ਰਾਜਾਂ ਵਿੱਚ ਗਰਭਪਾਤ ਤੇ ਪਾਬੰਦੀ ਹੈ। ਜਿਹੜੇ ਕਾਨੂੰਨ ਸੁਪਰੀਮ ਕੋਰਟ ਵਿੱਚ ਪਲਟ ਗਏ ਸਨ, ਉਹ ਦੀਵਾਨੀ ਕਾਨੂੰਨ ਸਨ, ਜੋ ਉਹਨਾਂ ਨੂੰ ਲਾਗੂ ਕਰਨ ਦੇ ਲਈ ਨਿੱਜੀ ਸਿਵਲ ਮੁਕੱਦਮਿਆਂ ਤੇ ਨਿਰਭਰ ਕਰਦੇ ਸਨ। ਦੋਵਾਂ ਕਾਨੂੰਨਾਂ ਨੇ ਮੈਡੀਕਲ ਐਮਰਜੈਂਸੀ ਦੇ ਮਾਮਲੇ ਦੇ ਵਿੱਚ ਅਪਵਾਦ ਸਥਾਪਿਤ ਕੀਤੇ, ਇਸ ਲਈ ਅਦਾਲਤ ਨੇ ਉਹਨਾਂ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ। ਸੁਪਰੀਮ ਕੋਰਟ ਦੇ ਜੱਜ ਨੇ 6-3 ਦੇ ਫੈਸਲੇ ਵਿੱਚ ਇਸ ਕਾਨੂੰਨ ਨੂੰ ਪਲਟ ਦਿੱਤਾ। ਨਿਊਯਾਰਕ ਟਾਈਮਜ਼ ਦੇ ਅਨੁਸਾਰ ਜੱਜਾਂ ਨੇ ਦਲੀਲ ਦਿੱਤੀ ਕਿ ਇੱਕ ਔਰਤ ਨੂੰ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਦੇ ਲਈ ਗਰਭ ਅਵਸਥਾ ਨੂੰ ਖਤਮ ਕਰਨ ਦਾ ਸੰਵਿਧਾਨਕ ਅਧਿਕਾਰ ਹੈ, ਬਿਨਾਂ ਕਿਸੇ ਮੈਡੀਕਲ ਐਮਰਜੈਂਸੀ ਦੀ ਲੋੜ ਦੇ। ਓਕਲਾਹੋਮਾ ਰਿਪਬਲਿਕਨ ਅਗਵਾਈ ਵਾਲੇ ਰਾਜਾਂ ਵਿੱਚ ਇੱਕ ਹੈ, ਜਿਸ ਨੇ ਪਿਛਲੇ ਸਾਲ ਰੋ ਬਨਾਮ ਬੇਡ ਨੂੰ ਉਲਟਾਉਣ ਦੇ ਅਮਰੀਕੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਗਰਭਪਾਤ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਹਾਲਾਂਕਿ ਇਸ ਵਿਰੁੱਧ ਕਈ ਕੇਸ ਦਰਜ ਕੀਤੇ ਗਏ ਅਤੇ ਰਾਸ਼ਟਰੀ ਸੁਪਰੀਮ ਕੋਰਟਾਂ ਦੇ ਦੁਆਰਾ ਕਈ ਕੇਸਾਂ ਦੀ ਸੁਣਵਾਈ ਕੀਤੀ ਗਈ। स्वीडन जल्दी ही नाटो विच शामिल हो सकता है। अमरीकी राष्ट्रपति जो बाइडन ने यह जानकारी दी है। उन्हों का कहना है कि स्वीडन जल्दी ही उत्तरी अटलांटिक संधि संगठन का मैंबर बन जाएगा। तुर्की और हंगरी जिस तरह स्वीडन को नाटो विच शामिल करने का लगातार विरोध कर रहे हैं, उसके बावजूद जो बाइडन ने जल्दी तो जल्दी स्वीडन को नाटो विच हिस्सा बनाने की गल कर दी है। इत्थे गौरतलब है कि अमरीकी राष्ट्रपति जो बाइडन का यह बयान उस समय आया जदों उन्होंने हाल ही विच तुर्की के राष्ट्रपति रसेप तय्यिप नाल गलबात की। इस गलबात के दौरान एरदोगन ने अमरीका तो F-16 लड़ाकू जहाज खरीदण की तुर्की की इच्छा नूं दोहराया। ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਵਿੱਚ ਮੁਕੇਰੀਆਂ ਹਾਈਡਲ ਪ੍ਰੋਜੈਕਟ ਦੀ ਨਹਿਰ ਵਿੱਚ ਮਰੂਤੀ ਬਰੀਜ਼ਾ ਕਾਰ ਡਿੱਗ ਗਈ। ਹੁਸ਼ਿਆਰਪੁਰ ਤੋਂ ਆਈ ਗੋਤਾਖੋਰਾਂ ਦੀ ਟੀਮ ਨੇ ਸਖਤ ਮਿਹਨਤ ਤੋਂ ਬਾਅਦ ਕ੍ਰੇਨ ਦੀ ਮਦਦ ਦੇ ਨਾਲ ਕਾਰ ਨੂੰ ਨਹਿਰ ਵਿੱਚੋਂ ਕੱਢਿਆ। ਕਾਰ ਵਿੱਚੋਂ ਇੱਕ ਲਾਸ਼ ਮਿਲੀ। ਮਰਨ ਵਾਲੇ ਵਿਅਕਤੀ ਦੀ ਪਛਾਣ 67 ਸਾਲਾ ਐਡਵੋਕੇਟ ਜੋਗਰਾਜ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ। ਐਡਵੋਕੇਟ ਜੋਗਰਾਜ ਸਿੰਘ ਪਿਛਲੇ 30 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ। ਉਹ ਪੰਜਾਬ ਦੇ ਵਿੱਚ ਘੁੰਮਣ ਆਏ ਸਨ। 2 ਦਿਨਾਂ ਤੋਂ ਜੋਗਰਾਜ ਸਿੰਘ ਤਲਵਾੜਾ ਵਿੱਚ ਘੁੰਮ ਰਹੇ ਸਨ। ਜਦੋਂ ਉਹ ਸ਼ਾਹ ਨਹਿਰ ਵਿਰਾਜ ਰਾਹੀਂ ਤਲਵਾੜਾ ਵੱਲ ਜਾ ਰਿਹਾ ਸੀ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਮ੍ਰਿਤਕ ਦੇ ਰਿਸ਼ਤੇਦਾਰ ਬਾਬੂ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਖਿਜ਼ਾਰਪੁਰ ਤੋਂ ਫੋਨ ਆਇਆ ਸੀਗਾ ਕਿ ਪਿੰਡ ਦੇ ਬਾਹਰ ਇੱਕ ਸ਼ਰਾਬੀ ਵਿਅਕਤੀ ਕਾਰ ਲੈ ਕੇ ਖੜਾ ਹੈ, ਉਹ ਤੁਹਾਨੂੰ ਆਪਣਾ ਜਾਣਕਾਰ ਦੱਸ ਰਿਹਾ। ਜਿਸ ਤੋਂ ਬਾਅਦ ਉਹ ਉਸ ਨੂੰ ਹਾਜੀਪੁਰ ਸਥਿਤ ਆਪਣੇ ਘਰ ਲੈ ਆਇਆ, ਪਰ ਉਸਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਜੋਗਰਾਜ ਉਹਨਾਂ ਦੇ ਨਾਲ ਉਹਨਾਂ ਦੇ ਘਰ ਨਹੀਂ ਗਏ। ਇਸ ਦੀ ਬਜਾਏ ਉਹ ਉਹਨਾਂ ਦੀ ਦੁਕਾਨ ਦੇ ਬਾਹਰ ਕਾਰ ਵਿੱਚ ਸੌਂ ਗਏ। ਜਦੋਂ ਉਹਨਾਂ ਦੀ ਅੱਖ ਖੁੱਲੀ ਤਾਂ ਉਹ ਉੱਥੋਂ ਕਾਰ ਲੈ ਕੇ ਤਲਵਾੜੇ ਵੱਲ ਚਲੇ ਗਏ। ਉਹਨਾਂ ਨੇ ਇਸ ਹਾਦਸੇ ਦੀ ਸਾਰੀ ਜਾਣਕਾਰੀ ਜੋਗਰਾਜ ਦੇ ਪਰਿਵਾਰ ਨੂੰ ਦੇ ਦਿੱਤੀ ਹੈ। 38 ਸਾਲਾ ਭਾਰਤੀ ਅਮਰੀਕੀ ਨੀਤੀ ਮਾਹਿਰ ਤਾਰਲ ਪਟੇਲ ਨੇ ਸਾਲ 2024 ਚ ਅਮਰੀਕਾ ਦੇ ਟੈਕਸਾਸ ਰਾਜ ਤੋਂ ਪ੍ਰਿੰਸਟਨ ਦੇ ਲਈ ਫੋਰਟ ਬੈਂਡ ਕਾਉਂਟੀ ਕਮਿਸ਼ਨਰ ਦੇ ਰੂਪ ਦੇ ਵਿੱਚ ਸੇਵਾਵਾਂ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਫੋਰਟ ਬੈਂਡ ਕਾਉਂਟੀ ਦੇ ਜੱਜ KP ਜਾਰਜ ਦੇ ਚੀਫ ਆਫ ਸਟਾਫ ਰਹੇ 38 ਸਾਲਾ ਪਟੇਲ ਨੇ ਵੀਰਵਾਰ ਨੂੰ ਟਵਿੱਟਰ ਤੇ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ, ਜਿੱਥੇ ਉਹਨਾਂ ਨੇ ਇੱਕ ਵੀਡੀਓ ਪੋਸਟ ਕੀਤੀ ਅਤੇ ਲਿਖਿਆ ਕਿ ਫੋਰਟ ਬੈਂਡ ਕਾਉਂਟੀ ਕਮਿਸ਼ਨਰ ਦੇ ਲਈ ਆਪਣੀ ਮੁਹਿੰਮ ਦਾ ਐਲਾਨ ਕਰ ਰਿਹਾ ਹਾਂ। ਪਟੇਲ ਦਾ ਸਾਹਮਣਾ ਲੰਬੇ ਸਮੇਂ ਤੋਂ ਇਸ ਅਹੁਦੇ ਤੇ ਵਿਰਾਜਮਾਨ ਰਿਪਬਲਿਕਨ ਕਮਿਸ਼ਨਰ ਐਂਡੀ ਮੀਅਰਜ਼ ਨਾਲ ਹੋਏਗਾ। ਪਟੇਲ ਦੇ ਮਾਤਾ-ਪਿਤਾ 1980 ਦੇ ਦਹਾਕੇ 'ਚ ਅਮਰੀਕਾ ਆਏ ਸਨ ਅਤੇ ਇੱਥੇ ਹੀ ਪਟੇਲ ਦਾ ਜਨਮ ਹੋਇਆ। ਉਹਨਾਂ ਨੂੰ 2021 ਵਿੱਚ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੇ ਵਾਈਟ ਹਾਊਸ ਦੇ ਸੰਪਰਕ ਦੇ ਰੂਪ ਵਿੱਚ ਨਿਯੁਕਤ ਕੀਤਾ ਸੀ। ਅਮਰੀਕਾ ਵਿਖੇ ਮਿਸੌਰੀ ਵਿੱਚ ਭਾਰਤੀ ਮੂਲ ਦੇ 17 ਸਾਲਾ ਵਿਦਿਆਰਥੀ ਨੇ ਐਮਪੌਕਸ ਵਾਇਰਸ ਮਤਲਬ ਮੰਕੀਪੌਕਸ ਵਾਇਰਸ ਦੇ ਨਾਲ ਸੰਬੰਧਿਤ ਆਪਣੀ ਖੋਜ ਦੇ ਲਈ $50,000 ਦਾ ਵਕਾਰੀ ਰੀਜਨਰੋਨ ਯੰਗ ਸਾਇੰਟਿਸਟ ਅਵਾਰਡ ਹਾਸਲ ਕੀਤਾ ਹੈ। ਕੋਲੰਬੀਆ ਦੇ ਡੇਵਿਡ ਐਚ ਹਿਕਮੈਨ ਹਾਈ ਸਕੂਲ ਦੇ ਸਾਤਵਿਕ ਕੰਨਨ ਨੂੰ 2022 ਵਿੱਚ ਦੁਬਾਰਾ ਉਭਰਨ ਤੋਂ ਬਾਅਦ ਐਮਪੌਕਸ ਦੀ ਬਿਮਾਰੀ ਵਿੱਚ ਵਧੀ ਹੋਈ ਸੰਕਰਮਣਤਾ ਦੇ ਕਾਰਨਾਂ ਨੂੰ ਸਮਝਣ ਦੇ ਲਈ ਬਾਇਓ ਕੰਪਿਊਟੇਸ਼ਨਲ ਤਰੀਕਿਆਂ ਦੀ ਵਰਤੋਂ ਕਰਨ ਦੇ ਲਈ ਸਨਮਾਨਿਤ ਕੀਤਾ ਗਿਆ। ਬਾਇਓਪਲੇਕਸ ਨਾਮ ਤੇ ਸਾਤਵਿਕ ਦਾ ਦ੍ਰਿਸ਼ਟੀਕੋਣ ਮਸ਼ੀਨ ਲਰਨਿੰਗ ਅਤੇ 3 ਆਯਾਮੀ ਤੁਲਨਾਤਮਕ ਪ੍ਰੋਟੀਨ ਮਾਡਲਿੰਗ ਦੇ ਸੁਮੇਲ ਦੀ ਵਰਤੋਂ ਉਹਨਾਂ ਨੂੰ ਢਾਂਚਿਆਂ ਨੂੰ ਡੀਕੋਡ ਕਰਨ ਦੇ ਲਈ ਕਰਦਾ ਹੈ ਜੋ ਐਮਪੌਕਸ ਵਾਇਰਸ ਨੂੰ ਦੁਹਰਾਉਣ ਦੇ ਯੋਗ ਬਣਾਉਂਦੇ ਨੇ। ਇਸ ਨੇ ਉਸ ਨੂੰ ਵਾਇਰਸ ਵਿੱਚ ਪਰਿਵਰਤਨ ਦੀ ਪਛਾਣ ਕਰਨ ਦੀ ਇਜਾਜ਼ਤ ਦਿੱਤੀ ਜੋ ਸੰਭਾਵਿਤ ਤੌਰ ਤੇ ਇਸ ਨੂੰ ਹੋਰ ਛੂਤਕਾਰੀ ਬਣਾ ਦਿੰਦੇ ਨੇ ਅਤੇ ਨਾਲ ਹੀ ਹੋਰ ਪਰਿਵਰਤਨ ਨੂੰ ਇਸ ਨੂੰ ਐਂਟੀਬਾਇਓਟਿਕਸ ਪ੍ਰਤੀਰੋਧਕ ਬਣਾ ਸਕਦੇ ਹਨ।
ਫੈਡਰਲ ਸਰਕਾਰ ਵੱਲੋਂ ਹਰ ਸਾਲ ਜੂਨ ਦੇ ਪਹਿਲੇ ਸ਼ੁੱਕਰਵਾਰ ਨੂੰ ਨੈਸ਼ਨਲ ਡੇ ਅਗੇਂਸਟ ਗਨ ਵਾਇਲੈਂਸ ਮਨਾਉਣ ਦਾ ਐਲਾਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸੀਨੋ ਤੇ ਟੋਰਾਂਟੋ ਰੈਪਟਰਸ ਬਾਸਕਟਬਾਲ ਟੀਮ ਦੇ ਨੁਮਾਇੰਦਿਆਂ ਵੱਲੋਂ ਟੋਰਾਂਟੋ ਵਿੱਚ ਇੱਕ ਇਵੈਂਟ ਦੌਰਾਨ ਇਸ ਯੋਜਨਾ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਨੈਸ਼ਨਲ ਡੇ ਦਾ ਮੰਤਵ ਗਨ ਵਾਇਲੈਂਸ ਦੇ ਕਾਰਨਾਂ ਤੇ ਪ੍ਰਭਾਵਾਂ ਬਾਰੇ ਕੌਮੀ ਪੱਧਰ ਉੱਤੇ ਚਰਚਾ ਛੇੜਨਾ, ਜਾਗਰੂਕਤਾ ਪੈਦਾ ਕਰਨਾ। ਇਹ ਮਾਮਲਾ ਉਸ ਸਮੇਂ ਉੱਠਿਆ ਜਦੋਂ ਸੈਨੇਟ ਵੱਲੋਂ ਹੈਂਡਗਨਸ ਹਥਿਆਰਾਂ ਦੀ ਸਮਗਲਿੰਗ, ਗੋਸਟ ਗਨਸ ਤੇ ਅਸੌਲਟ ਸਟਾਈਲ ਹਥਿਆਰਾਂ ਉੱਤੇ ਰੋਕ ਲਈ ਸਰਕਾਰ ਵੱਲੋਂ ਲਿਆਂਦੇ ਬਿੱਲ ਦਾ ਮੁਲਾਂਕਣ ਕੀਤਾ ਜਾ ਰਿਹਾ। ਇਸ ਬਿੱਲ ਦਾ ਕੰਜ਼ਰਵੇਟਿਵਸ ਦੇ ਵੱਲੋਂ ਹਾਊਸ ਆਫ ਕਾਮਨਸ ਦੇ ਵਿੱਚ ਜ਼ੋਰਦਾਰ ਵਿਰੋਧ ਕੀਤਾ ਗਿਆ ਤੇ ਇਹ ਵੀ ਆਖਿਆ ਗਿਆ ਕਿ ਇਸ ਦੇ ਨਾਲ ਕਾਨੂੰਨ ਦੀ ਪਾਲਣਾ ਕਰਨ ਵਾਲੇ ਹਥਿਆਰਾਂ ਦੇ ਮਾਲਕਾਂ ਨੂੰ ਵੀ ਰਗੜਾ ਲੱਗ ਜਾਏਗਾ। ਹਾਊਸ ਆਫ ਕਾਮਨਸ ਵਿੱਚ ਬਹੁਗਿਣਤੀ ਐਮਪੀਜ਼ ਵੱਲੋਂ ਚੋਣਾਂ ਵਿੱਚ ਵਿਦੇਸ਼ੀ ਦਖਲ ਦੇ ਮਾਮਲੇ ਵਿੱਚ ਨਿਯੁਕਤ ਸਪੈਸ਼ਲ ਰਿਪੋਰਟਰ ਡੇਵਿਡ ਜੌਨਸਟਨ ਤੋਂ ਮੰਗੇ ਗਏ ਅਸਤੀਫੇ ਦੇ ਬਾਵਜੂਦ ਉਹਨਾਂ ਵੱਲੋਂ ਆਪਣੇ ਅਹੁਦੇ ਤੋਂ ਪਾਸੇ ਨਾ ਹੋਣ ਦੇ ਫੈਸਲੇ ਉੱਤੇ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਸਖਤ ਇਤਰਾਜ਼ ਪ੍ਰਗਟਾਇਆ ਗਿਆ। ਜਗਮੀਤ ਸਿੰਘ ਨੇ ਆਖਿਆ ਕਿ ਢੀਠਪੁਣੇ ਦੀ ਵੀ ਹੱਦ ਹੁੰਦੀ ਹੈ ਤੇ ਜੌਨਸਟਨ ਐਨੇ ਵਿਰੋਧ ਦੇ ਬਾਵਜੂਦ ਕੇਸਲ ਮਾਰ ਕੇ ਅੱਗੇ ਵਧਣਾ ਚਾਹੁੰਦੇ ਨੇ। ਵੀਰਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਦੇ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਜੌਨਸਟਨ ਦੀਆਂ ਸੇਵਾਵਾਂ ਤੇ ਉਹਨਾਂ ਦੀ ਪਿਛਲੀ ਪਬਲਿਕ ਸਰਵਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਪੂਰੇ ਸਤਿਕਾਰ ਨਾਲ ਉਹਨਾਂ ਨੂੰ ਇਸ ਅਹੁਦੇ ਤੋਂ ਪਾਸੇ ਹੋਣ ਦੇ ਲਈ ਵੋਟਿੰਗ ਕਰਵਾਈ ਸੀ, ਪਰ ਨਤੀਜੇ ਉਹਨਾਂ ਦੇ ਖਿਲਾਫ ਆਉਣ ਤੋਂ ਬਾਅਦ ਵੀ ਉਹ ਆਪਣਾ ਅਹੁਦਾ ਛੱਡਣਾ ਨਹੀਂ ਚਾਹੁੰਦੇ ਤੇ ਇੰਜ ਵਿਵਹਾਰ ਕਰ ਰਹੇ ਨੇ ਜਿਵੇਂ ਕੁਝ ਹੋਇਆ ਹੀ ਨਹੀਂ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਬਹੁਗਿਣਤੀ ਐਮਪੀਜ਼ ਸਾਰੇ ਹੀ ਵਿਰੋਧੀ ਪਾਰਟੀਆਂ ਨਾਲ ਸੰਬੰਧਿਤ ਸਨ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਜਿਸ ਵਿੱਚ ਜਨਤਕ ਜਾਂਚ ਤੋਂ ਮਨਾ ਕਰਨ ਤੋਂ ਬਾਅਦ ਜੌਨਸਟਨ ਨੂੰ ਆਪਣਾ ਅਹੁਦਾ ਛੱਡਣ ਦੇ ਲਈ ਕਿਹਾ ਗਿਆ, ਪਰ ਮਤਾ ਪਾਸ ਹੋਣ ਤੋਂ 1 ਘੰਟੇ ਬਾਅਦ ਹੀ ਉਹਨਾਂ ਨੇ ਇੱਕ ਬਿਆਨ ਜਾਰੀ ਕਰਕੇ ਆਪਣਾ ਕੰਮ ਜਾਰੀ ਰੱਖਣ ਦੇ ਇਰਾਦੇ ਦਾ ਖੁਲਾਸਾ ਕੀਤਾ ਗਿਆ। ਉਹਨਾਂ ਨੇ ਇਹ ਵੀ ਆਖਿਆ ਕਿ ਉਹ ਸਰਕਾਰ ਲਈ ਕੰਮ ਕਰ ਰਹੇ ਨੇ, ਪਾਰਲੀਮੈਂਟ ਦੇ ਲਈ ਨਹੀਂ ਕਰ ਰਹੇ। ਇਸ ਮੌਕੇ ਕੰਜ਼ਰਵੇਟਿਵ ਆਗੂ ਪੀਅਰ ਨੇ ਵੀ ਵੀਰਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਇਹ ਮੁੱਦਾ ਉਠਾਇਆ ਕਿ ਪ੍ਰਧਾਨ ਮੰਤਰੀ ਜੌਨਸਟਨ ਨੂੰ ਕਦੋਂ ਫਾਇਰ ਕਰਨਗੇ। ਉਹਨਾਂ ਨੇ ਆਖਿਆ ਕਿ ਜੌਨਸਟਨ ਖਿਲਾਫ ਪਾਰਲੀਮੈਂਟ ਕੋਲ ਬੇਭਰੋਸਗੀ ਵੋਟ ਹੈ, ਫਿਰ ਵੀ ਇਸ ਪਾਸੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ 2022 ਵਿੱਚ ਭਾਰਤੀ ਵਿਦਿਆਰਥਣ ਹਰਮਨਦੀਪ ਕੌਰ ਦੀ ਹੱਤਿਆ ਕਰਨ ਦੇ ਮੁਲਜ਼ਮ ਦੇ ਕਤਲ ਦੇ ਦੋਸ਼ ਵਿੱਚ ਮੁਕੱਦਮਾ ਚੱਲੇਗਾ और इस मुलजम ते कतल के दोष में मुकदमा चलेगा। पुलिस ने डेंटे ओगनीबेन हेबरन उपर कतल के दोष लाए ने। हुण अदालत में केस की सुनवाई होएगी। दस दी कि ब्रिटिश कोलंबिया यूनीवर्सिटी के ओकानागन कैंपस में 24 साला हरमनदीप कौर ते 26 फरवरी 2022 ਨੂੰ ਹੋਏ हमले तो बाद 23 साला डेंटेन ਨੂੰ मानसिक सेहत कानून तहत गिरफ्तार किया गया। महीने बाद उसते कतल का दोष लगाया गया तो उदों तो वह हिरासत में है। ग्लोबल न्यूज़ ने रिपोर्ट दी कि हुण मुकदमे की तारीख तय करने के लिए उसके 12 जून को अदालत में मुड़ हाज़र होने की उम्मीद है। हरमनदीप कौर पढ़ाई के नाल कोलंबिया यूनीवर्सिटी के ओकनागन कैंपस में सुरक्षा गार्ड भी सी जदों उस उत्ते जानलेवा हमला होया। दस दिए कि हरमनदीप कैनेडा में 5 साल तो रह रही सी ते पैरामैडिक बनने की इच्छा रखती सी। उसके परिवारक मैंबरां ने दस्सिया कि उसने अपनी मौत तो कुछ हफ्ते पहला ही अपना पक्का रिहायशी कार्ड मिलिया सी उसनूं, पर परिवार अजे तक अपनी जवान धी दी मौत का दुख हंडा रहा है। अगले कई दिनों लई टोरंटो ते GTA के कई हिस्सों लई हीट वार्निंग जारी की गई है। एनवायरमेंट कैनेडा का कहना है कि कुछ इलाकों अगले 2 दिनों का तापमान 31 डिग्री सैल्सीयस रहने की संभावना है। वीरवार को जारी की गई एडवाइजरी दे विच एनवायरमेंट कैनेडा ने आख्या कि वीरवार ते शुक्रवार को दिन का तापमान 30 डिग्री तो 31 डिग्री सैल्सीयस रह सकता है ते रात समय तापमान 18 तो 19 डिग्री सैल्सीयस रहने की उम्मीद है। शनिचरवार तो तापमान विच थोड़ी ठंड वरत सकती है। यह भी आख्या गया कि इस दौरान टोरंटो नवे तापमान संबंधी कई नवे रिकॉर्ड कायम कर सकता है। एजेंसी ने यह भी आख्या कि गर्म ते नमी वाली हवा कारण हवा का म्यार भी गड़बड़ा सकता है तो एयर क्वालिटी हैल्थ इंडैक्स हाई रिस्क कैटेगरी में पहुंच सकता है। एजेंसी ने आख्या कि रिस्क बहुता करके निक्के बच्चों, गर्भवती औरतों, बजुर्गों ते पुरानी बीमारी वाले लोगों को जां फिर घरों तो बाहर काम करन ते एक्सरसाइज करन वालियां नूं हो सकता है। मौसम एजेंसी दे वल्लों यह भी आख्या गया कि इस तो पहला कि तुहानूं प्यास महसूस होए लोड़ों वध पानी पीओ ते ठंडी थां उत्ते रहण दी कोशिश करो। इस तरह दीयां चेतावनियां मिसिसागा, ब्रैम्पटन, हैमिल्टन ते पूरब दे विच ओशवा तक जारी कीतियां गईयां ने। मार्खम के वॉन्टनविल एयरपोर्ट के भविख बारे कई सालों तो चल रही बहस आखिरकार मुक गई। टोरंटो वॉन्टनविल म्यूनसिपल एयरपोर्ट को 3 नवंबर 2023 बंद कर दिता जाएगा।
ਟੋਰਾਂਟੋ 에ਅਰਵੇਜ਼ ਲਿਮਟਿਡ ਦੇ ਪ੍ਰੈਜ਼ੀਡੈਂਟ ਡੈਰਿਕ ਨੇ 에ਅਰਪੋਰਟ ਸਟਾਫ ਤੇ ਟੈਨੈਂਟਸ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਆਖਿਆ ਹੈ ਕਿ ਐਗਰੀਮੈਂਟ ਜਿਸ ਕਾਰਨ ਇਹ 에ਅਰਪੋਰਟ ਚੱਲ ਰਿਹਾ ਸੀ ਐਕਸਪਾਇਰ ਹੋਣ ਜਾ ਰਿਹਾ, ਇਸ ਲਈ ਇਸ 에ਅਰਪੋਰਟ ਉੱਤੇ ਸਾਰੀਆਂ ਕਾਰਵਾਈਆਂ ਤੇ ਸਾਰੀਆਂ ਗਤੀਵਿਧੀਆਂ 3 ਨਵੰਬਰ 2023 ਤੱਕ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਪੱਤਰ ਦੇ ਵਿੱਚ 에ਅਰਪੋਰਟ ਦੇ ਸਟਾਫ, ਕੰਟਰੈਕਟਰਸ, ਕਿਰਾਏਦਾਰ ਦਾ ਉਹਨਾਂ ਦੀ ਵਫਾਦਾਰੀ ਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਦੇ ਲਈ ਧੰਨਵਾਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ 에ਅਰਪੋਰਟ ਦੇ ਬੰਦ ਹੋਣ ਦੀਆਂ ਅਫਵਾਹਾਂ ਕਈ ਸਾਲਾਂ ਤੋਂ ਸੁਣਨ ਨੂੰ ਮਿਲ ਰਹੀਆਂ ਸਨ। 2009 ਵਿੱਚ ਸਿਫਟਨ ਪਰਿਵਾਰ, ਜਿਨ੍ਹਾਂ ਕੋਲੋਂ ਪਿਛਲੇ 40 ਸਾਲਾਂ ਤੋਂ ਇਸ 에ਅਰਪੋਰਟ ਦੀ ਮਲਕੀਅਤ ਹੈ, ਵੱਲੋਂ ਇਸ ਨੂੰ ਮੁੜ ਵਿਕਸਿਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਗਿਆ। 2010 ਵਿੱਚ ਕੈਡਿਲੈਕ ਫੇਅਰਵਿਊ ਨੇ ਸਾਂਝੇ ਤੌਰ ਉੱਤੇ ਡਿਵੈਲਪਰਸ ਨਾਲ ਰਲ ਕੇ ਇਸ ਪ੍ਰਾਪਰਟੀ ਨੂੰ ਖਰੀਦ ਲਿਆ, ਪਰ ਇਸ ਸਾਈਟ ਦੇ ਭਵਿੱਖ ਦੀ ਪਲਾਨਿੰਗ ਵਿੱਚ ਆਉਣ ਵਾਲੀਆਂ ਦਿੱਕਤਾਂ ਕਾਰਨ ਇਸ ਨੂੰ ਬੰਦ ਕਰਨ 'ਚ ਦੇਰੀ ਹੋਈ। 2018 ਵਿੱਚ ਵੀ ਇੱਕ ਵਾਰੀ ਇਹ 에ਅਰਪੋਰਟ ਬੰਦ ਹੋਣ ਦੀ ਕਗਾਰ ਉੱਤੇ ਪਹੁੰਚਿਆ ਸੀ ਤੇ ਉਸ ਸਮੇਂ ਦੇਸ਼ ਦੇ 에ਅਰ ਟ੍ਰੈਫਿਕ ਕੰਟਰੋਲ ਤੇ ਸਿਵਲ 에ਅਰ ਨੈਵੀਗੇਸ਼ਨ ਸਿਸਟਮ ਨੂੰ ਚਲਾਉਣ ਵਾਲੇ ਨਵ ਕੈਨੇਡਾ ਨੇ ਇੱਥੋਂ ਦੇ ਸਾਰੇ ਕੰਮਕਾਜ ਠੱਪ ਕਰਕੇ ਸਟਾਫ ਨੂੰ ਕੱਢਣ ਤੱਕ ਦੀ ਤਿਆਰੀ ਕਰ ਲਈ ਸੀ। ਪਰ ਉਸੇ ਸਾਲ ਇਹ ਐਲਾਨ ਕੀਤਾ ਗਿਆ ਕਿ ਵਾਟਨਵਿਲ 에ਅਰਪੋਰਟ 2023 ਤੱਕ ਚੱਲਦਾ ਰਹੇਗਾ ਤੇ ਹੁਣ ਖਬਰ ਆਈ ਹੈ 3 ਨਵੰਬਰ 2023 ਨੂੰ ਇਹ 에ਅਰਪੋਰਟ ਬੰਦ ਹੋ ਜਾਏਗਾ। ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਵਿੱਚ ਸੁਧਾਰ ਕਰਦਿਆਂ ਖੁਸ਼ਖਬਰੀ ਦਿੱਤੀ ਹੈ। ਕੈਨੇਡਾ ਨੇ ਵੱਖ-ਵੱਖ ਦੇਸ਼ਾਂ 'ਚ ਰਹਿ ਰਹੇ ਪਰਿਵਾਰਾਂ ਨੂੰ ਕੈਨੇਡਾ 'ਚ ਇਕੱਠੇ ਕਰਨ ਦੇ ਲਈ ਫੈਮਿਲੀ ਵੀਜ਼ਾ ਦੀ ਪ੍ਰਕਿਰਿਆ ਤੇਜ਼ ਕਰਨ ਦਾ ਐਲਾਨ ਕੀਤਾ, ਜਿਸ ਦੇ ਤਹਿਤ ਸਪਾਊਸ ਵੀਜ਼ਾ ਸ਼੍ਰੇਣੀ ਵਿੱਚ ਪਤੀ ਪਤਨੀ ਦੇ ਲਈ ਅਤੇ ਪਤਨੀ ਪਤੀ ਲਈ ਅਰਜ਼ੀ ਦੇਣਗੇ ਤੇ 30 ਦਿਨਾਂ ਵਿੱਚ ਪ੍ਰਕਿਰਿਆ ਪੂਰੀ ਕੀਤੀ ਜਾਏਗੀ। ਇਸ ਤੋਂ ਇਲਾਵਾ ਫੈਮਿਲੀ ਵੀਜ਼ਾ ਸ਼੍ਰੇਣੀ ਵਿੱਚ ਕੈਨੇਡਾ ਤੋਂ ਬਾਹਰ ਰਹਿ ਰਹੇ ਬੱਚਿਆਂ ਦੀਆਂ ਵੀਜ਼ਾ ਅਰਜ਼ੀਆਂ ਤੇ 30 ਦਿਨਾਂ ਵਿੱਚ ਪ੍ਰਕਿਰਿਆ ਪੂਰੀ ਕੀਤੀ ਜਾਏਗੀ। ਬੀਤੇ ਮਹੀਨੇ ਵਿੱਚ ਅਜਿਹੇ ਵੀਜ਼ਾਸ ਨੂੰ ਪਾਸ ਕਰਨ ਦੀ ਦਰ 98% ਤੋਂ ਉੱਪਰ ਰਹੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਨੇ ਹੋਰ ਸਟਾਫ ਭਰਤੀ ਕਰਨ ਦੇ ਨਾਲ-ਨਾਲ ਵੀਜ਼ਾ ਪ੍ਰਕਿਰਿਆ ਵਿੱਚ AI ਸਮੇਤ ਨਵੀਂ ਤਕਨੀਕ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। ਇਸ ਨਾਲ ਵੀਜ਼ਾ ਪ੍ਰਕਿਰਿਆ ਤੇਜ਼ ਹੋਏਗੀ ਅਤੇ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਇਕੱਠੇ ਕਰਨ 'ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਜੀਵਨ ਸਾਥੀ ਅਤੇ ਪਰਿਵਾਰਕ ਸ਼੍ਰੇਣੀ ਵਿੱਚ ਇਮੀਗ੍ਰੇਸ਼ਨ ਲਈ ਨਵਾਂ ਓਪਨ ਵਰਕ ਪਰਮਿਟ ਸ਼ੁਰੂ ਹੋਏਗਾ। ਕੈਨੇਡਾ ਨੇ ਆਪਣੀਆਂ ਕਿਰਤ ਲੋੜਾਂ ਨੂੰ ਪੂਰਾ ਕਰਨ ਅਤੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਸਥਾਈ ਨਿਵਾਸੀਆਂ ਵਜੋਂ ਤਰਜੀਹੀ ਨੌਕਰੀਆਂ 'ਚ ਕੰਮ ਦੇ ਤਜਰਬੇ ਦੇ ਨਾਲ ਨਵੇਂ ਆਏ ਹੁਨਰਮੰਦ ਲੋਕਾਂ ਦਾ ਸਵਾਗਤ ਕੀਤਾ ਜਾਏਗਾ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਫਰੇਜ਼ਰ ਨੇ ਬੁੱਧਵਾਰ ਨੂੰ ਕੈਨੇਡਾ ਦੀ ਪ੍ਰਮੁੱਖ ਆਰਥਿਕ ਇਮੀਗ੍ਰੇਸ਼ਨ ਪ੍ਰਬੰਧਨ ਪ੍ਰਣਾਲੀ ਐਕਸਪ੍ਰੈਸ ਐਂਟਰੀ ਲਈ ਸ਼੍ਰੇਣੀ ਆਧਾਰਿਤ ਚੋਣ ਦੀ ਪਹਿਲੀ ਸ਼ੁਰੂਆਤ ਦੀ ਘੋਸ਼ਣਾ ਕੀਤੀ। ਇਸ ਸਾਲ ਸ਼੍ਰੇਣੀ ਆਧਾਰਿਤ ਚੋਣ ਸੱਦੇ ਉਹਨਾਂ ਉਮੀਦਵਾਰਾਂ ਤੇ ਫੋਕਸ ਕਰਨਗੇ ਜਿਨ੍ਹਾਂ ਕੋਲ ਮਜ਼ਬੂਤ ਫ੍ਰੈਂਚ ਭਾਸ਼ਾ ਦੀ ਮਹਾਰਤ ਹੈ ਜਾਂ ਸੰਭਾਲ, ਖੇਤੀਬਾੜੀ ਅਤੇ ਖੇਤੀ ਭੋਜਨ ਸਟੈਮ ਪੇਸ਼ੀਆਂ, ਵਪਾਰ ਜਿਵੇਂ ਕਿ ਤਰਖਾਣ, ਪਲੰਬਰ, ਠੇਕੇਦਾਰ, ਟਰਾਂਸਪੋਰਟ ਵਰਗੇ ਖੇਤਰਾਂ 'ਚ ਕੰਮ ਦਾ ਤਜਰਬਾ। ਇਹ ਕਦਮ ਕੈਨੇਡਾ ਨੂੰ ਖਾਸ ਹੁਨਰ, ਸਿਖਲਾਈ ਜਾਂ ਭਾਸ਼ਾ ਦੀ ਯੋਗਤਾ ਵਾਲੇ ਸੰਭਾਵੀ ਸਥਾਈ ਨਿਵਾਸੀਆਂ ਨੂੰ ਅਰਜ਼ੀ ਦੇਣ ਦੇ ਲਈ ਸੱਦਾ ਪੱਤਰ ਜਾਰੀ ਕਰਨ ਦੀ ਆਗਿਆ ਦੇਗਾ। ਇਮੀਗ੍ਰੇਸ਼ਨ ਰਿਫਿਊਜ਼ੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅਨੁਸਾਰ ਐਕਸਪ੍ਰੈਸ ਐਂਟਰੀ ਪ੍ਰਣਾਲੀ ਲਈ ਇਹ ਪਹੁੰਚ ਲੇਬਰ ਦੀਆਂ ਲੋੜਾਂ ਨੂੰ ਪੂਰਾ ਕਰੇਗੀ ਅਤੇ ਦੇਸ਼ ਭਰ ਵਿੱਚ ਫਰਾਂਸੀਸੀ ਭਾਈਚਾਰਿਆਂ ਨੂੰ ਮਜ਼ਬੂਤ ਕਰੇਗੀ। ਫਰੇਜ਼ਰ ਨੇ ਕਿਹਾ ਕਿ ਐਕਸਪ੍ਰੈਸ ਐਂਟਰੀ ਪ੍ਰਣਾਲੀ ਵਿੱਚ ਇਹ ਤਬਦੀਲੀਆਂ ਇਹ ਯਕੀਨੀ ਬਣਾਉਣਗੀਆਂ ਕਿ ਉਹਨਾਂ ਕੋਲ ਹੁਨਰਮੰਦ ਕਾਮੇ ਨੇ ਜਿਨ੍ਹਾਂ ਦੀ ਉਹਨਾਂ ਨੂੰ ਵਿਕਸਿਤ ਕਰਨ ਅਤੇ ਸਫਲ ਹੋਣ ਦੀ ਲੋੜ ਹੈ। ਅਸੀਂ ਆਪਣੀ ਅਰਥ ਵਿਵਸਥਾ ਨੂੰ ਵੀ ਵਿਕਸਿਤ ਕਰਦੇ ਹਾਂ ਅਤੇ ਮਜ਼ਦੂਰਾਂ ਦੀ ਘਾਟ ਵਾਲੇ ਕਾਰੋਬਾਰਾਂ ਦੀ ਮਦਦ ਵੀ ਕਰ ਸਕਦੇ ਹਾਂ ਤੇ ਫ੍ਰੈਂਚ ਮਹਾਰਤ ਵਾਲੇ ਉਮੀਦਵਾਰਾਂ ਦੀ ਗਿਣਤੀ ਵੀ ਵਧਾ ਸਕਦੇ ਹਾਂ। ਸਾਲ 2022 ਵਿੱਚ 7,70,000 ਵਿਦਿਆਰਥੀ ਭਾਰਤ ਤੋਂ ਦੂਜੇ ਦੇਸ਼ਾਂ 'ਚ ਪੜ੍ਹਨ ਦੇ ਲਈ ਗਏ। ਇਹਨਾਂ 'ਚੋਂ 1,40,000 ਇਕੱਲੇ ਬ੍ਰਿਟੇਨ ਗਏ। ਬ੍ਰਿਟੇਨ ਦੇ ਨੈਸ਼ਨਲ ਸਟੈਟਿਕਸ ਦੇ ਦਫ਼ਤਰ ਦੇ ਨਵੇਂ ਅੰਕੜਿਆਂ ਦੇ ਅਨੁਸਾਰ 2022 ਵਿੱਚ ਲਗਭਗ 1/4 ਵੀਜ਼ਾ ਭਾਰਤੀ ਨਾਗਰਿਕਾਂ ਨੂੰ ਦਿੱਤਾ ਗਿਆ। ਇਹਨਾਂ 'ਚੋਂ 55% ਵਿਦਿਆਰਥੀਆਂ ਲਈ ਸਨ। ਭਰਤੀ ਉੱਚ ਅਤੇ ਮੱਧ ਵਰਗ 'ਚ ਬ੍ਰਿਟੇਨ ਅਤੇ ਅਮਰੀਕਾ ਪਹਿਲੀ ਪਸੰਦ ਨੇ। ਇਸ ਦਾ ਕਾਰਨ ਅੰਗਰੇਜ਼ੀ ਭਾਸ਼ਾ ਵੀ ਹੈ, ਜੋ ਅੱਜ ਵੀ ਭਾਰਤੀ ਵਿਦਿਅਕ ਅਦਾਰਿਆਂ ਦੀ ਦੂਜੀ ਮੁੱਖ ਭਾਸ਼ਾ ਹੈ। ਉੱਚ ਫੀਸਾਂ ਅਤੇ ਲਾਗਤਾਂ ਦੇ ਕਾਰਨ ਇਹ ਅਜੇ ਵੀ ਸਮੁੱਚੇ ਤੌਰ ਤੇ ਕੇਵਲ ਇੱਕ ਛੋਟਾ % ਹੈ ਜੋ ਵਿਦੇਸ਼ਾਂ ਵਿੱਚ ਪੜ੍ਹਦੇ ਨੇ। ਬਹੁਤ ਸਾਰੇ ਭਾਰਤੀ ਪਰਿਵਾਰ ਆਪਣੇ ਬੱਚਿਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਦੇ ਵਿੱਚ ਭੇਜਣ ਦੇ ਲਈ ਵੱਡੀਆਂ ਕੁਰਬਾਨੀਆਂ ਦਿੰਦੇ ਨੇ, ਅਕਸਰ ਆਪਣੇ ਘਰ ਗਿਰਵੀ ਰੱਖਦੇ ਨੇ ਜਾਂ ਫਿਰ ਨਿੱਜੀ ਕਰਜ਼ੇ ਲੈਂਦੇ ਨੇ, ਇਸ ਵਿਚਾਰ ਨਾਲ ਕਿ ਇਹ ਲੰਬੇ ਸਮੇਂ ਲਈ ਇੱਕ ਵੱਡਾ ਨਿਵੇਸ਼ ਹੈ। ਬ੍ਰਿਟੇਨ ਪ੍ਰਤੀ ਵੱਧ ਰਿਹਾ ਰੁਝਾਨ ਦਾ ਇੱਕ ਕਾਰਨ ਇਹ ਵੀ ਹੈ ਕਿ ਅਮਰੀਕਾ 'ਚ ਮੁਕਾਬਲੇ ਬ੍ਰਿਟੇਨ ਵਿੱਚ ਪੜ੍ਹਾਈ ਸਸਤੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।